परम सन्मानियो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। रिद्धियां सिद्धियां दे मालक बाल जती उदासीन आचार्य बाबा श्री चंद जी महाराज का जन्म भादरों सूदी 9ਵੀਂ 1551 बिक्रमी ਨੂੰ ਸੁਲਤਾਨਪੁਰ ਲੋਧੀ ਜ਼ਿਲ੍ਹਾ ਕਪੂਰਥਲਾ ਵਿੱਚ ਹੋਇਆ। ਜਦੋਂ ਭਾਰਤ ਵਿੱਚ ਚਾਰੇ ਪਾਸੇ ਚੀਕਾਂ ਪੁਕਾਰਾਂ ਸੁਣਦੀਆਂ ਸਨ, ਰਾਜ ਦੇ ਨਸ਼ੇ ਵਿੱਚ ਅੰਨੇ ਹੋਏ ਹਾਕਮ ਪਰਜਾ ਗਊ ਗਰੀਬ ਨੂੰ ਦੁਖੀ ਕਰ ਰਹੇ ਸਨ ਤੇ ਥਾਂ ਥਾਂ 'ਤੇ ਅਤਿਆਚਾਰ ਹੋ ਰਹੇ ਸਨ, ਉਦੋਂ ਜ਼ੁਲਮ ਦੀ ਕਾਲੀ ਬੋਲੀ ਰਾਤ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਘਰ ਮਾਤਾ ਸੁਲੱਖਣੀ ਜੀ ਦੀ ਕੁੱਖੋਂ ਬਾਬਾ ਸ਼੍ਰੀ ਚੰਦ ਜੀ ਦਾ ਪ੍ਰਕਾਸ਼ ਹੋਇਆ। ਅਰਸ਼ ਫਰਸ਼ ਨੂਰੋ ਨੂਰ ਹੋ ਗਏ। ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਭੈਣ ਨਾਨਕੀ ਜੀ ਦੇ ਪਾਸ ਸੁਲਤਾਨਪੁਰ ਵਿੱਚ ਰਹਿੰਦੇ ਸਨ। ਅੱਜ ਵੀ ਜੇ ਆਪਾਂ ਸੁਲਤਾਨਪੁਰ ਲੋਧੀ ਜਾਈਏ ਤਾਂ ਉੱਥੇ ਬਾਬਾ ਸ਼੍ਰੀ ਚੰਦ ਜੀ ਦਾ ਜਿੱਥੇ ਜਨਮ ਹੋਇਆ ਸੀ, ਉੱਥੇ ਬਹੁਤ ਸ਼ਾਨਦਾਰ ਗੁਰਦੁਆਰਾ ਸੁਸ਼ੋਭਿਤ ਹੈ। ਸੰਮਤ 1634 ਵਿੱਚ ਸ਼੍ਰੀ ਗੁਰੂ ਰਾਮਦਾਸ ਜੀ ਕੁਝ ਸਿੱਖਾਂ ਸਣੇ ਬਾਰੜ ਸਾਹਿਬ ਵਿੱਚ ਪਹੁੰਚੇ ਤੇ ਜਾ ਕੇ ਦੇਖਿਆ ਕਿ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਦਸਮ ਦੁਆਰ ਸਵਾਸ ਚੜ੍ਹਾਈ ਬੈਠੇ ਹਨ। ਗੁਰੂ ਜੀ ਨੇ ਆਪਣੇ ਦਿਲ ਨਾਲ ਪੱਕਾ ਫੈਸਲਾ ਕਰ ਲਿਆ ਕਿ ਜਦ ਤੱਕ ਬਾਬਾ ਸ਼੍ਰੀ ਚੰਦ ਜੀ ਦੀ ਸਮਾਧੀ ਨਹੀਂ ਖੁੱਲ੍ਹਦੀ, ਅਸੀਂ ਇੱਥੇ ਹੀ ਰਹਾਂਗੇ। 2.5 ਦਿਨ ਪਿੱਛੋਂ ਜਦੋਂ ਬਾਬਾ ਜੀ ਦੀ ਸਮਾਧੀ ਖੁੱਲ੍ਹੀ ਤਾਂ ਗੁਰੂ ਜੀ ਨੇ 500 ਰੁਪਈਏ, ਇੱਕ ਘੋੜਾ, ਇੱਕ ਦੁਸ਼ਾਲਾ ਤੇ ਮਠਿਆਈਆਂ ਆਦਿ ਭੇਟਾ ਰੱਖ ਕੇ ਬਾਬਾ ਸ਼੍ਰੀ ਚੰਦ ਜੀ ਨੂੰ ਮੱਥਾ ਟੇਕਿਆ। ਬਾਬਾ ਜੀ ਨੇ ਵੀ ਉਹਨਾਂ ਦਾ ਬਹੁਤ ਮਾਣ ਸਤਿਕਾਰ ਕੀਤਾ ਤੇ ਸ਼ੁਭ ਅਸੀਸਾਂ ਦਿੱਤੀਆਂ। ਗੱਲਾਂ ਗੱਲਾਂ ਵਿੱਚ ਬਾਬਾ ਜੀ ਨੇ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਪੁੱਛਿਆ ਕਿ ਅਸੀਂ ਸੁਣਿਆ ਹੈ ਕਿ ਤੁਸੀਂ ਇੱਕ ਨਗਰ ਤੇ ਸਰੋਵਰ ਬਣਾਇਆ ਹੈ, ਉਹਨਾਂ ਦਾ ਕੀ ਨਾਂ ਰੱਖਿਆ ਹੈ? ਗੁਰੂ ਜੀ ਬੋਲੇ, ਨਗਰ ਦਾ ਨਾਮ ਰਾਮਦਾਸ ਚੱਕ ਹੈ ਤੇ ਸਰੋਵਰ ਦਾ ਨਾਮ ਰਾਮਦਾਸ ਸਰ ਰੱਖਿਆ ਹੈ। ਬਾਬਾ ਜੀ ਨੇ ਬਚਨ ਕੀਤਾ ਕਿ ਦੋਹਾਂ ਨਾਵਾਂ ਦੀ ਥਾਂ ਇਹਨਾਂ ਦਾ ਇੱਕੋ ਨਾਂ ਅੰਮ੍ਰਿਤਸਰ ਹੀ ਰੱਖੋ, ਇਹੋ ਕਾਫੀ ਹੈ। ਤਾਂ ਗੁਰੂ ਜੀ ਨੇ 7 ਬਚਨ ਕਹਿ ਕੇ ਦੋਵੇਂ ਨਾਂ ਬਦਲ ਕੇ ਕੇਵਲ ਅੰਮ੍ਰਿਤਸਰ ਰੱਖ ਦਿੱਤਾ ਕਿ ਆਪ ਵੀ ਦਰਸ਼ਨ ਦਿਓ। ਬਾਬਾ ਜੀ ਨੇ ਕਿਹਾ ਕਿ ਜੇ ਕਰਤਾਰ ਦਾ ਹੁਕਮ ਹੋਇਆ ਤਾਂ ਜ਼ਰੂਰ ਆਵਾਂਗੇ। ਬਾਬਾ ਸ਼੍ਰੀ ਚੰਦ ਜੀ ਮਹਾਰਾਜ ਜਦੋਂ ਬਾਰੜ ਸਾਹਿਬ ਵਿੱਚ ਬਿਰਾਜਮਾਨ ਸਨ ਤਾਂ ਇੰਨੇ ਵਿੱਚ ਪਿੰਡ ਕੜਿਆਲ ਜ਼ਿਲ੍ਹਾ ਗੁਜਰਾਂਵਾਲਾ ਦੇ ਕੁਝ ਸੇਵਕ ਮਹਾਰਾਜ ਦੇ ਦਰਸ਼ਨਾਂ ਨੂੰ ਆ ਕੇ ਹਾਜ਼ਰ ਹੋ ਗਏ। ਦਾਤਾਰ ਜੀ ਦੇ ਦਰਸ਼ਨ ਕਰਕੇ ਸਭ ਸੇਵਕਾਂ ਦੇ ਹਿਰਦੇ ਗੁਲਾਬ ਦੇ ਵਾਂਗੂ ਖਿੜ ਗਏ। ਬਾਬਾ ਜੀ ਦੇ ਚਿਹਰੇ ਤੇ ਇਲਾਹੀ ਜੋਤ ਦੇ ਦਰਸ਼ਨ ਕਰਕੇ ਦਿਲਾਂ ਵਿੱਚ ਗਿਆਨ ਰੂਪੀ ਲੋਅ ਜਗਣ ਲੱਗ ਪਈ। ਨੈਣਾ ਵਿੱਚ ਅਨੋਖਾ ਜਿਹਾ ਸਰੂਰ ਆ ਗਿਆ ਤੇ ਨਾਮ ਖੁਮਾਰੀ ਨਾਲ ਝੂਮ ਉੱਠੇ। ਬਾਰੜ ਸਾਹਿਬ ਵਿੱਚ ਬਾਬਾ ਜੀ ਦਾ ਅਸਥਾਨ ਇਉਂ ਪ੍ਰਤੀਤ ਹੋਇਆ ਜਿਵੇਂ ਕਿ ਸੱਚਖੰਡ ਦੀ 4 ਦੀਵਾਰੀ ਵਿੱਚ ਆ ਪਹੁੰਚੇ ਹਾਂ। ਬਾਬਾ ਜੀ ਦੇ ਪਾਸ ਧੂਣਾ ਜਗ ਰਿਹਾ ਸੀ। ਭਾਈ ਕਮਲਿਆ ਜੀ ਵੀ ਕੋਲ ਬੈਠੇ ਸਨ। ਬਾਬਾ ਧਰਮਚੰਦ ਜੋ ਕਿ ਬਾਲਕ ਰੂਪ ਵਿੱਚ ਸਨ, ਉਹ ਖੇਡ ਰਹੇ ਸਨ। ਸਭ ਸੇਵਕ ਆਪ ਮੁਹਾਰੇ ਦਾਤਾ ਦੇ ਚਰਨਾਂ ਵਿੱਚ ਝੁਕ ਗਏ। ਬੜੇ ਸਤਿਕਾਰ ਨਾਲ ਅੱਗੇ ਵੱਧ ਕੇ ਯਥਾ ਸ਼ਕਤ ਭੇਟਾ ਰੱਖ ਕੇ ਮੱਥਾ ਟੇਕ ਕੇ ਬੈਠ ਗਏ। ਬਾਬਾ ਜੀ ਨੇ ਆਸ਼ੀਰਵਾਦ ਦਿੱਤਾ ਤੇ ਪੁੱਛਿਆ, ਭਾਈ ਪ੍ਰੇਮੀਓ ਕਿੱਥੋਂ ਆਏ ਹੋ? ਆਪ ਜੀ ਦਾ ਕਿਹੜਾ ਨਗਰ ਹੈ? ਤਾਂ ਇੱਕ ਸੇਵਕ ਨੇ ਬੇਨਤੀ ਕੀਤੀ, ਹਜ਼ੂਰ ਆਪ ਦੇ ਦਰਸ਼ਨਾਂ ਨੂੰ ਆਏ ਹਾਂ। ਅਸੀਂ ਪਿੰਡ ਕੜਿਆਲ ਗੁਜਰਾਂਵਾਲੇ ਦੇ ਰਹਿਣ ਵਾਲੇ ਹਾਂ। ਸਾਡਾ ਸਾਰਾ ਪਿੰਡ ਹੀ ਆਪ ਦੀ ਕੀਰਤੀ ਸੁਣ ਕੇ ਆਪ ਦਾ ਦਿਲੋਂ ਸੇਵਕ ਬਣ ਚੁੱਕਾ ਹੈ ਤੇ ਹੁਣ ਸਾਰੇ ਪਿੰਡ ਵੱਲੋਂ ਬੇਨਤੀ ਕਰਨ ਆਏ ਹਾਂ ਕਿ ਮਿਹਰਬਾਨੀ ਕਰਕੇ ਸਾਡੇ ਨਗਰ ਵਿੱਚ ਚਰਨ ਪਾ ਕੇ ਉਸ ਧਰਤੀ ਨੂੰ ਤਾਰਨ ਦੀ ਕਿਰਪਾਲਤਾ ਕਰੋ। ਹਉਮੈ 'ਚ ਸੜੇ ਹਿਰਦਿਆਂ ਨੂੰ ਠੰਡ ਪਾਓ। ਆਪ ਦੀ ਪਾਰਸ ਵਰਗੀ ਚਰਨ ਛੋਹ ਨਾਲ ਸਾਡੇ ਲੋਹੇ ਵਰਗੇ ਦਿਲ ਵੀ ਸੋਨਾ ਬਣ ਜਾਣਗੇ। ਪਾਤਸ਼ਾਹੋ, ਅਸੀਂ ਕਾਫੀ ਸਮੇਂ ਤੋਂ ਤਿਆਰ ਹੋ ਰਹੇ ਸਾਂ, ਪਰ ਦਰਸ਼ਨ ਤਾਂ ਉਦੋਂ ਹੀ ਹੋਣੇ ਸੀ ਜਦੋਂ ਆਪ ਦਾ ਹੁਕਮ ਹੋਣਾ ਸੀ। ਸੋ ਬਾਬਾ ਜੀ ਤੁਸੀਂ ਮਿਹਰ ਕਰੋ। ਇਹਨਾਂ ਸੇਵਕਾਂ ਪਾਸੋਂ ਇਸ ਤਰ੍ਹਾਂ ਦੇ ਪਿਆਰ ਭਰੇ ਬਚਨ ਸੁਣ ਕੇ ਬਾਬਾ ਸ਼੍ਰੀ ਚੰਦ ਜੀ ਮਹਾਰਾਜ ਬੜੇ ਪ੍ਰਸੰਨ ਹੋਏ, ਕਿਉਂਕਿ ਗੋਬਿੰਦ ਭਾਉ ਭਗਤ ਦਾ ਭੁੱਖਾ ਇਸ ਕਥਨ ਦੇ ਅਨੁਸਾਰ
ਉਹਨਾਂ ਨੂੰ ਬਚਨ ਦਿੱਤਾ ਕਿ ਅਸੀਂ ਜ਼ਰੂਰ ਤੁਹਾਡੇ ਨਗਰ ਵਿੱਚ ਆਵਾਂਗੇ। ਫਿਰ ਭਾਈ ਕਮਲੀਆ ਜੀ ਨੂੰ ਕਿਹਾ ਕਿ ਇਹਨਾਂ ਨੂੰ ਪ੍ਰਸ਼ਾਦਾ ਪਾਣੀ ਛਕਾ ਦਿਓ। ਸੋ ਸਭ ਨੂੰ ਲੰਗਰ ਵਿੱਚ ਲਿਜਾ ਕੇ ਪ੍ਰਸ਼ਾਦਾ ਵਗੈਰਾ ਛਕਾ ਕੇ ਪ੍ਰਸੰਨ ਕੀਤਾ ਗਿਆ। ਫਿਰ ਸਾਰੇ ਸੇਵਕ ਬਾਬਾ ਜੀ ਤੋਂ ਆਗਿਆ ਲੈ ਕੇ ਆਪਣੇ ਆਪਣੇ ਨਗਰਾਂ ਨੂੰ ਰਵਾਨਾ ਹੋ ਗਏ। ਜਦ ਪਿੰਡ ਪਹੁੰਚੇ ਤਾਂ ਪਿੰਡ ਵਾਲੇ ਬਹੁਤ ਖੁਸ਼ ਹੋਏ ਕਿ ਬਾਬਾ ਸ਼੍ਰੀ ਚੰਦ ਜੀ ਦੇ ਸਾਨੂੰ ਘਰ ਬੈਠਿਆਂ ਹੀ ਦਰਸ਼ਨ ਹੋਣਗੇ। ਉੱਥੇ ਇੱਕ ਸੇਵਕ ਭਗਤ ਗੁਰਾਂ ਦਿੱਤਾ ਦਰਸ਼ਨਾਂ ਲਈ ਬਹੁਤ ਵਿਆਕੁਲ ਸੀ। ਰਾਤ ਦਿਨ ਹੀ ਦਾਤੇ ਦੇ ਚਰਨਾਂ ਵਿੱਚ ਉਹ ਆਪਣੀ ਸੁਰਤ ਨੂੰ ਜੋੜੀ ਰੱਖਦਾ ਸੀ। ਉਂਝ ਤਾਂ ਉਹ ਤਸੱਵਰ ਵਿੱਚ ਕਈ ਵਾਰੀ ਮਹਾਰਾਜ ਜੀ ਦੇ ਦਰਸ਼ਨ ਕਰਦਾ, ਪਰ ਪ੍ਰਤੱਖ ਦਰਸ਼ਨ ਦੀ ਖਿੱਚ ਦਿਨੋਂ ਦਿਨ ਵੱਧਦੀ ਜਾਂਦੀ ਸੀ। ਓੜਕ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਹਨ। ਭਗਵਾਨ ਆਪਣੇ ਭਗਤਾਂ ਲਈ ਹਜ਼ਾਰਾਂ ਯੋਜਨਾ ਦਾ ਰਸਤਾ ਤੈਅ ਕਰਕੇ ਜਦੋਂ ਵੀ ਕਿਤੇ ਭਗਤ ਯਾਦ ਕਰਦੇ ਹਨ ਉੱਥੇ ਪਹੁੰਚਦੇ ਹਨ। ਸੋ ਉਸੇ ਰੀਤ ਅਨੁਸਾਰ ਮਾਤਾ ਸੁਲੱਖਣੀ ਜੀ ਦੇ ਤਾਰੇ, ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਦੁਲਾਰੇ, ਬੇਦੀ ਨੰਦਨ, ਉਦਾਸੀਆਂ ਦੇ ਸਰਤਾਜ ਵੀ ਭਗਤ ਗੁਰਾਂ ਦਿੱਤੇ ਦੇ ਪ੍ਰੇਮ ਦੇ ਬੱਧੇ ਤੇ ਪਿੰਡ ਵਾਲਿਆਂ ਦੀ ਉਦਾਸੀ ਦੂਰ ਕਰਨ ਲਈ ਕਮਲੀਆ ਜੀ ਨੂੰ ਕਹਿਣ ਲੱਗੇ, ਚੱਲ ਭਾਈ ਮੀਟ ਅੱਖਾਂ, ਸਾਡਾ ਭਗਤ ਗੁਰਾਂ ਦਿੱਤਾ ਦਰਸ਼ਨਾਂ ਲਈ ਬਹੁਤ ਬੇਚੈਨ ਹੈ। ਭਗਤ ਧੰਨੇ ਵਾਂਗ ਉਹ ਵੀ ਸਾਡੇ ਨਾਲ ਆਪਣੀ ਲਿਵ ਜੋੜੀ ਰੱਖਦਾ ਹੈ ਤੇ ਸਾਨੂੰ ਵੀ ਉਹਦੇ ਵੇਖੇ ਬਿਨਾਂ ਚੈਨ ਨਹੀਂ ਆ ਰਿਹਾ। ਉਸ ਭਗਤ ਦੀ ਪ੍ਰੇਮਾ ਭਗਤੀ ਹੱਦੋਂ ਟੱਪ ਚੁੱਕੀ ਹੈ। ਇਸ ਲਈ ਕਰੋ ਤਿਆਰੀ ਤੇ ਉੱਥੇ ਚਲੀਏ। ਕਮਲੀਆ ਜੀ ਨੇ 7 ਵਚਨ ਕਿਹਾ। ਬਸ ਫੇਰ ਕੀ ਸੀ, ਰਿੱਧੀਆਂ ਸਿੱਧੀਆਂ ਦੇ ਮਾਲਕ ਪਵਨ ਰੂਪ ਹੋ ਕੇ ਭਾਈ ਕਮਲੀਆ ਜੀ ਸਣੇ ਕੜਿਆਲ ਵਿੱਚ ਆ ਕੇ ਬਿਰਾਜਮਾਨ ਹੋ ਗਏ ਤੇ ਬਾਹਰ-ਬਾਹਰ ਇੱਕ ਦਰਖਤ ਥੱਲੇ ਆਸਨ ਲਾ ਕੇ ਬੈਠ ਗਏ। ਭਾਈ ਕਮਲੀਆ ਜੀ ਨੇ ਧੂਣਾ ਵੀ ਜਗਾ ਦਿੱਤਾ। ਉੱਥੇ ਇੱਕ ਚਮਿਆਰਾਂ ਦਾ ਮੁੰਡਾ ਜੋ ਲੱਤਾਂ ਤੋਂ ਹੀਣਾ ਸੀ, ਤੁਰ ਫਿਰ ਨਹੀਂ ਸੀ ਸਕਦਾ, ਉਹ ਰਹਿੰਦਾ ਸੀ। ਸਵੇਰੇ ਘਰ ਵਾਲੇ ਉਹਨੂੰ ਚੁੱਕ ਕੇ ਇੱਥੇ ਸੰਤਾਂ ਦੇ ਡੇਰੇ ਲਾਗੇ ਬੋਹੜ ਹੇਠਾਂ ਛੱਡ ਜਾਂਦੇ ਸਨ ਤੇ ਸ਼ਾਮ ਵੇਲੇ ਘਰ ਲੈ ਜਾਂਦੇ ਸਨ। ਉਸ ਬਾਲਕ ਨੂੰ ਬਾਬਾ ਜੀ ਨੇ ਇਸ਼ਾਰਾ ਕੀਤਾ, ਕਾਕਾ ਜਾ ਕੇ ਸਾਡੇ ਭਗਤ ਗੁਰਾਂ ਦਿੱਤੇ ਨੂੰ ਸੱਦ ਕੇ ਲਿਆ। ਅੱਗੋਂ ਉਸ ਭੋਲੇ ਭਾਲੇ ਪੇਂਡੂ ਬਾਲਕ ਨੇ ਜਦ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਦੂਰੋਂ ਹੀ ਬਚਨ ਸੁਣ ਕੇ ਨਮਸਕਾਰ ਕਰਕੇ ਛੋਟੇ ਛੋਟੇ ਹੱਥ ਜੋੜ ਕੇ ਲੰਬਾ ਹੌਕਾ ਭਰ ਕੇ ਬੇਨਤੀ ਕੀਤੀ ਕਿ ਦਾਤਾ ਜੀ, ਮੈਂ ਲੱਤਾਂ ਤੋਂ ਹੀਣਾ ਹਾਂ, ਮੇਰੇ ਪੈਰ ਕੰਮ ਨਹੀਂ ਕਰਦੇ, ਨਹੀਂ ਤਾਂ ਮੈਂ ਜ਼ਰੂਰ ਆਪ ਦੇ ਹੁਕਮ ਦੀ ਪਾਲਣਾ ਕਰਦਾ ਤੇ ਆਪ ਦੀ ਹੋਰ ਵੀ ਸੇਵਾ ਕਰਦਾ। ਪਤਾ ਨਹੀਂ ਮੈਂ ਕਿਹੜੇ ਜਨਮ ਵਿੱਚ ਕੋਈ ਘੋਰ ਅਪਰਾਧ ਕੀਤਾ ਹੈ ਜਿਸ ਕਰਕੇ ਮੈਂ ਨਾ ਜਨਤਾ ਦੀ ਤੇ ਨਾ ਮਾਪਿਆਂ ਦੀ ਸੇਵਾ ਕਰ ਸਕਦਾ ਹਾਂ, ਸਗੋਂ ਉਹਨਾਂ ਪਾਸੋਂ ਸੇਵਾ ਕਰਾਉਂਦਾ ਹਾਂ। ਅਜਿਹੀ ਜ਼ਿੰਦਗੀ ਨਾਲੋਂ ਮੌਤ ਹੀ ਚੰਗੀ ਹੈ। ਇੰਨਾ ਆ ਕੇ ਉਸ ਬਾਲਕ ਦੇ ਨੈਣਾਂ ਵਿੱਚੋਂ ਪਰਨਾਲਿਆਂ ਵਾਂਗ ਜਲ ਚੱਲਣਾ ਸ਼ੁਰੂ ਹੋ ਗਿਆ। ਸ਼ਕਤੀਆਂ ਦੇ ਭੰਡਾਰ, ਦਇਆ ਦੇ ਸਮੁੰਦਰ, ਮਿਹਰਾਂ ਦੇ ਦਾਤੇ ਮਿਹਰਾਂ ਵਿੱਚ ਆਏ ਤੇ ਆਪ ਉੱਠ ਕੇ ਜਾ ਕੇ ਉਸ ਬਾਲਕ ਦੀ ਪਿੱਠ ਤੇ ਥਾਪੀ ਦੇ ਕੇ ਕਿਹਾ, ਕਾਕਾ ਤੂੰ ਬਿਲਕੁਲ ਨਵਾਂ ਨਿਰੋਆ ਹੈ ਤੇ ਉੱਠ, ਫਿਕਰ ਨਾ ਕਰ, ਈਸ਼ਵਰ ਤੇਰੇ ਅੰਗ ਸੰਗ ਹੈ। ਇੰਨਾ ਬਚਨ ਕਹਿਣ ਦੀ ਦੇਰ ਸੀ ਕਿ ਉਹ ਬਾਲਕ 9/9 ਹੋ ਗਿਆ ਤੇ ਦੁੜੰਗੇ ਮਾਰਦਾ ਪਿੰਡ ਵੱਲ ਭੱਜ ਗਿਆ। ਜਦ ਪਿੰਡ ਵਾਲਿਆਂ ਨੇ ਦੇਖਿਆ ਤਾਂ ਉਹ ਇਹ ਕ੍ਰਿਸ਼ਮਾ ਦੇਖ ਕੇ ਬਹੁਤ ਖੁਸ਼ ਹੋਏ ਤੇ ਭੱਜੇ ਭੱਜੇ ਡੇਰੇ ਵੱਲ ਆਏ। ਉਧਰ ਭਗਤ ਗੁਰਾਂ ਦਿੱਤਾ ਵੀ ਆ ਕੇ ਚਰਨਾਂ ਨਾਲ ਲਿਪਟ ਗਿਆ। ਬਾਬਾ ਜੀ ਨੇ ਥਾਪੀ ਦੇ ਕੇ ਉਠਾਇਆ ਤਾਂ ਸਾਰਾ ਪਿੰਡ ਹੀ ਆ ਕੇ ਧੂਣੇ ਕੋਲ ਜੁੜ ਗਿਆ। ਸਾਰਾ ਦਿਨ ਸਤਸੰਗ ਹੁੰਦਾ ਰਿਹਾ। ਬਾਬਾ ਜੀ ਦੇ ਇਸ ਕੌਤਕ ਨੇ ਸਾਰੇ ਪੰਜਾਬ ਵਿੱਚ ਧੂਮਾਂ ਪਾ ਦਿੱਤੀਆਂ। ਕਾਫੀ ਲੋਕ ਦਰਸ਼ਨਾਂ ਲਈ ਕੜਿਆਲ ਪਿੰਡ ਵਿੱਚ ਆ ਪਹੁੰਚੇ। ਪਿੰਡ ਵਾਲਿਆਂ ਨੇ ਸੇਵਾ ਵੱਲੋਂ ਹੱਦ ਕਰ ਦਿੱਤੀ। ਜਿੰਨਾ ਚਿਰ ਮਹਾਰਾਜ ਰਹੇ ਉੱਥੇ ਹਰ ਸਮੇਂ ਲੰਗਰ ਜਾਰੀ ਰਿਹਾ। ਇਸ ਤਰ੍ਹਾਂ ਕਾਫੀ ਦਿਨ ਸੰਗਤਾਂ ਨੂੰ ਉਪਦੇਸ਼ ਦੇ ਕੇ ਕੜਿਆਲ ਵਾਲਿਆਂ ਦੀ ਮਨੋਕਾਮਨਾ ਪੂਰੀ ਕਰਕੇ ਉਹਨਾਂ ਨੂੰ ਦਾਤਾਂ ਨਾਲ ਭਰਪੂਰ ਕਰਕੇ ਬਾਬਾ ਜੀ ਆਪਣੇ ਸੇਵਕ ਕਮਲੀਆ ਸਣੇ ਫਿਰ ਬਾਰਠ ਸਾਹਿਬ ਜਾ ਕੇ ਬਿਰਾਜਮਾਨ ਹੋ ਗਏ। ਸਾਧ ਸੰਗਤ ਜੀ, ਬਾਰਠ ਸਾਹਿਬ ਜੋ ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ, ਇੱਥੇ ਹੀ ਤੀਸਰੀ ਪਾਤਸ਼ਾਹੀ, ਚੌਥੀ ਪਾਤਸ਼ਾਹੀ, ਪੰਜਵੀਂ ਪਾਤਸ਼ਾਹੀ ਤੇ 6ਵੀਂ ਪਾਤਸ਼ਾਹੀ
ਬਾਬਾ ਜੀ ਦੇ ਦਰਸ਼ਨਾਂ ਨੂੰ ਆਉਂਦੀਆਂ ਰਹੀਆਂ ਹਨ ਤੇ ਬਾਬਾ ਜੀ ਦੀਆਂ ਅਸੀਸਾਂ ਲੈਂਦੀਆਂ ਰਹੀਆਂ ਹਨ। ਜਿਸ ਸਮੇਂ ਸ੍ਰੀ ਗੁਰੂ ਅਰਜਨ ਦੇਵ ਜੀ ਬਾਬਾ ਜੀ ਦੇ ਦਰਸ਼ਨਾਂ ਨੂੰ ਆਏ ਸਨ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਉਮਰ 45 ਬਰਸ ਦੀ ਸੀ ਤੇ ਬਾਬਾ ਸ਼੍ਰੀ ਚੰਦ ਜੀ ਦੀ ਉਮਰ 104 ਬਰਸ ਦੀ ਸੀ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸਾਹਿਬਜ਼ਾਦੇ ਬਾਬਾ ਗੁਰਦਿੱਤਾ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਭੇਟਾ ਕੀਤਾ ਤੇ ਬਾਬਾ ਜੀ ਨੇ ਉਦਾਸੀਨ ਮਰਿਆਦਾ ਅਨੁਸਾਰ ਬਾਬਾ ਗੁਰਦਿੱਤਾ ਜੀ ਨੂੰ ਆਪਣਾ ਚੇਲਾ ਬਣਾ ਲਿਆ ਤੇ ਆਪਣੇ ਮੁਖ ਤੋਂ ਵਰ ਬਖਸ਼ਿਆ। ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ, ਜੋ ਵਰ ਮੰਗਿਆ ਸੋ ਵਰ ਦਿੱਤਾ। ਇਸੇ ਪ੍ਰਕਾਰ ਸ੍ਰੀ ਗੁਰੂ ਅਮਰਦਾਸ ਜੀ ਨੇ ਆਪਣੇ ਸਾਹਿਬਜ਼ਾਦੇ ਬਾਬਾ ਮੋਹਣ ਜੀ ਨੂੰ ਬਾਬਾ ਸ਼੍ਰੀ ਚੰਦ ਜੀ ਦੀ ਝੋਲੀ ਪਾਇਆ। ਬਾਬਾ ਸ਼੍ਰੀ ਚੰਦ ਜੀ ਨੇ ਉਸੇ ਵੇਲੇ ਓਅੰਗ ਸੋਹੰਗ ਦਾ ਗਿਆਨ ਨਿਸ਼ਚੈ ਕਰਾ ਕੇ ਆਪਣਾ ਚੇਲਾ ਬਣਾ ਲਿਆ। ਸੋ ਸਾਧ ਸੰਗਤ ਜੀ, ਇਸ ਪ੍ਰਕਾਰ ਬਾਬਾ ਸ਼੍ਰੀ ਚੰਦ ਜੀ ਦਾ ਸਿੱਖ ਪੰਥ ਨਾਲ ਬਹੁਤ ਗੂੜਾ ਰਿਸ਼ਤਾ ਹੈ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।